ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੋ ਪ੍ਰਸਾਦ ਸਵਈਏ। ਇਸ ਬਾਣੀ ਨੂੰ ਸੁਧਾ ਸਵਈਏ ਵੀ ਕਿਹਾ ਜਾਂਦਾ ਹੈ। ਨਿਤਨੇਮ ਦੇ ਵਿੱਚ ਇਹ ਬਾਣੀ ਤੀਸਰੇ ਨੰਬਰ 'ਤੇ ਇਸ ਬਾਣੀ ਦਾ ਸਥਾਨ ਹੈ। ਅੰਮ੍ਰਿਤ ਸੰਚਾਰ ਵੇਲੇ ਵੀ ਇਸ ਬਾਣੀ ਦਾ ਪਾਠ ਕੀਤਾ ਜਾਂਦਾ ਹੈ। ਵੈਰਾਗਮਈ ਜੋ ਵਿਚਾਰਧਾਰਾ, ਜੋ ਵਿਸ਼ਾ ਇਹਨਾਂ ਸਵਈਆਂ ਬਾਣੀ ਦੇ ਵਿੱਚ ਹੈ। ਸੋ ਆਓ ਇਸ ਬਾਣੀ ਦੀ ਸੰਥਿਆ ਆਰੰਭ ਕਰੀਏ। ਸਤਨਾਮ ਸ੍ਰੀ ਵਾਹਿਗੁਰੂ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਇੱਕ ਓੰਕਾਰ ਪਹਿਲਾਂ ਵੀ ਇਸ ਦਾ ਉਚਾਰਨ ਦੱਸਿਆ ਜਾ ਚੁੱਕਾ ਹੈ। ਇੱਕ ਨੂੰ ਥੋੜ੍ਹਾ ਜਿਹਾ ਅਲੱਗ ਕਰਕੇ ਓੰਕਾਰ ਸਤਿਗੁਰ ਪ੍ਰਸਾਦ। ਪਾਤਸ਼ਾਹੀ ਦਸਵੀਂ, ਪਾਤਸ਼ਾਹੀ ਨਹੀਂ ਕਹਿਣਾ, ਅਤੇ ਅੱਗੇ ਜੋ ਗਿਣਤੀ ਦੇ ਵਿੱਚ ਲਿਖਿਆ ਗਿਆ ਹੈ ਇਹਨੂੰ 10 ਨਹੀਂ ਪੜ੍ਹਨਾ। ਦਸਵੀਂ, ਪਾਤਸ਼ਾਹੀ ਦਸਵੀਂ। ਤੋ ਪ੍ਰਸਾਦ ਸਵਈਏ। ਇਸ ਦਾ ਉਚਾਰਨ ਵੀ ਜਾਪ ਸਾਹਿਬ ਦੇ ਆਰੰਭ ਵਿੱਚ ਦੱਸਿਆ ਜਾ ਚੁੱਕਿਆ ਹੈ। ਤੋ ਤੱਤੇ ਨੂੰ ਔਂਕੜ ਐੜਾ ਮੁਕਤਾ। ਹਾਲਾਂਕਿ ਕਈ ਗੁਰਮੁਖ ਜਨ ਤਵੈ ਪ੍ਰਸਾਦ ਵੀ ਕਰਦੇ ਹਨ, ਤੱਤੇ ਨੂੰ ਔਂਕੜ ਐੜੇ ਨੂੰ ਦੁਲਾਈਆਂ ਲਾ ਕੇ। ਪਰ ਬਹੁਤੇ ਜਦੋਂ ਆਪਾਂ ਦੇਖਦੇ ਹਾਂ ਤਾਂ ਤੋ ਪ੍ਰਸਾਦ ਪਾਠ ਜ਼ਿਆਦਾ ਠੀਕ ਲੱਗਦਾ ਹੈ। ਸਵਈਏ, ਸੱਸੇ ਨੂੰ ਔਂਕੜ ਐੜਾ, ਈੜੀ ਨੂੰ ਬਿਹਾਰੀ ਅਤੇ ਈੜੀ ਨੂੰ ਲਾਂ। ਫਿਰ ਧਿਆਨ ਨਾਲ ਕਾਪੀ ਪੈਨ 'ਤੇ ਨੋਟ ਕਰ ਲੈਣਾ। ਸਵਈਏ ਜਿਸ ਤਰ੍ਹਾਂ ਆਪਾਂ ਤੋ ਪੜ੍ਹਿਆ ਸੀਗਾ, ਉਸੇ ਤਰ੍ਹਾਂ ਸੱਸੇ ਨੂੰ ਔਂਕੜ ਅਤੇ ਐੜਾ। ਯਈਏ ਦੇ ਉਚਾਰਨ ਵਾਸਤੇ ਈੜੀ ਨੂੰ ਬਿਹਾਰੀ, ਫਿਰ ਅੱਗੇ ਇੱਕ ਈੜੀ ਹੋਰ ਲੱਗੇਗੀ, ਉਸ ਨੂੰ ਲਾਂ ਲੱਗੇਗੀ। ਕੁੱਲ 4 ਅੱਖਰ ਬਣ ਜਾਣਗੇ ਸਵਈਏ। ਤੋ ਪ੍ਰਸਾਦ ਸਵਈਏ। ਸਰਾਵਗ ਸੁਧ ਸਮੂਹ ਸਿਧਾਨ ਕੇ, ਦੇਖ ਫਿਰਿਓ ਘਰ ਜੋਗ ਜਤੀ ਕੇ। ਸਰਾਵਗ ਇਹ ਧਿਆਨ ਰੱਖਣਾ ਹੈ। ਰਾਰਾ ਜੋ ਸੱਸੇ ਦੇ ਪੈਰ ਵਿੱਚ ਲੱਗਾ ਹੋਇਆ, ਕੰਨਾ ਰਾਰੇ ਨੂੰ ਲੱਗੇਗਾ। ਸਰਾਵਗ। ਸੁਧ ਧੱਦਾ ਲੱਗਾ ਹੋਇਆ, ਸੁਧ ਥੋੜ੍ਹਾ ਜਿਹਾ ਭਾਰਾ। ਸਮੂਹ ਸਿਧਾਨ ਕੇ, ਸਮੂਹ ਹਾਹਾ ਲਾਉਣਾ ਹੈ, ਕੇ ਦੇ ਉੱਪਰ ਵਿਸ਼ਰਾਮ ਹੈ। ਦੇਖ ਫਿਰਿਓ ਘਰ ਜੋਗ ਜਤੀ ਕੇ। ਸੂਰ ਸੁਰਾਰਦਨ ਸੁਧ ਸੁਧਾਦਿਕ, ਸੰਤ ਸਮੂਹ ਅਨੇਕ ਮਤੀ ਕੇ। ਸੂਰ ਸੁਰਾਰਦਨ ਇੱਥੇ ਦੱਦਾ ਹੈ, ਇਸ ਕਰਕੇ ਥੋੜ੍ਹਾ ਜਿਹਾ ਪੋਲਾ ਬੋਲਣਾ ਹੈ। ਸੁਧ ਧੱਦਾ ਹੈ, ਭਾਰਾ ਬੋਲਣਾ ਹੈ। ਸੁਧਾਦਿਕ ਪਹਿਲਾਂ ਧੱਦਾ, ਧੱਦੇ ਨੂੰ ਕੰਨਾ, ਫਿਰ ਦੱਦੇ ਨੂੰ ਸਿਹਾਰੀ। ਦੋਨਾਂ ਦਾ ਉਚਾਰਨ ਬਹੁਤ ਧਿਆਨ ਦੇ ਨਾਲ। ਸੁਧਾਦਿਕ, ਸੁਧਾਦਿਕ। ਸੰਤ ਸਮੂਹ ਅਨੇਕ ਮਤੀ ਕੇ। ਸਾਰੇ ਹੀ ਦੇਸ ਕੋ ਦੇਖ ਰਹਿਓ ਮਤ, ਕੋ ਨਾ ਦੇਖੀਅਤ ਪ੍ਰਾਨ ਪਤੀ ਕੇ। ਵਿਸ਼ਰਾਮ ਦਾ ਖਾਸ ਧਿਆਨ ਰੱਖਣਾ ਇਸ ਬਾਣੀ ਦੇ ਵਿੱਚ, ਕਿਉਂਕਿ ਇਸ ਬਾਣੀ ਦੀ ਚਾਲ ਬਹੁਤ ਹੀ ਸੁੰਦਰ ਹੈ ਜਦੋਂ ਆਪਾਂ ਪਿਆਰ ਨਾਲ ਪੜ੍ਹਦੇ ਹਾਂ। ਪਰ ਜਿੰਨਾ ਸਮਾਂ ਸਾਡੇ ਅੱਖਰਾਂ ਦੀ ਸ਼ੁੱਧਤਾ ਨਹੀਂ ਹੁੰਦੀ ਅਤੇ ਅਸੀਂ ਚਾਲ ਵਿੱਚ ਨਹੀਂ ਪੜ੍ਹ ਸਕਦੇ, ਇਸ ਲਈ ਪਹਿਲਾਂ ਅੱਖਰਾਂ ਦੀ ਸ਼ੁੱਧਤਾ ਜ਼ਰੂਰੀ ਹੈ। ਉਸ ਤੋਂ ਬਾਅਦ ਇਸ ਬਾਣੀ ਨੂੰ ਆਪਾਂ ਚਾਲ ਵਿੱਚ ਪੜ੍ਹਾਂਗੇ ਅਤੇ ਬੜਾ ਹੀ ਆਨੰਦ ਆਉਂਦਾ ਹੈ। ਸਾਰੇ ਹੀ ਦੇਸ ਕੋ ਦੇਖ ਰਹਿਓ ਮਤ, ਕੋਊ ਨਾ ਦੇਖੀਅਤ। ਕੋਊ ਪਾਠ ਕਰਨਾ ਹੈ, ਕੱਕੇ ਨੂੰ ਹੋੜਾ, ਊੜੇ ਨੂੰ ਦੁਲੰਕੜ। ਕੋਊ, ਕੋਊ ਨਾ ਦੇਖੀਅਤ ਪ੍ਰਾਨ ਪਤੀ ਕੇ। ਸ੍ਰੀ ਭਗਵਾਨ ਕੀ ਭਾਏ ਕਿਰਪਾ ਹੂ ਤੇ, ਏਕ ਰਤੀ ਬਿਨ ਏਕ ਰੱਤੀ ਕੇ। ਸ੍ਰੀ ਸੱਸਾ ਪੈਰ ਵਿੱਚ ਰਾਰਾ ਅਤੇ ਬਿਹਾਰੀ। ਇੱਥੇ ਜੋ ਬਿਹਾਰੀ ਹੈ ਉਹ ਰਾਰੇ ਨੂੰ ਲੱਗੇਗੀ। ਸੱਸਾ ਜਿਹੜਾ ਹੈ ਉਹ ਅੱਧਾ ਹੈ, ਉਹਦੇ ਵਿੱਚੋਂ ਐੜਾ ਸਵਰ ਖਤਮ ਹੋਇਆ ਹੈ। ਇਸ ਲਈ ਸ੍ਰੀ, ਸਰੀ ਨਹੀਂ ਕਹਿਣਾ। ਸਰੀ ਕਹਾਂਗੇ ਤਾਂ ਉਚਾਰਨ ਗਲਤ ਹੋਏਗਾ। ਸ੍ਰੀ, ਸ੍ਰੀ ਭਗਵਾਨ ਕੀ ਭਾਏ ਕਿਰਪਾ। ਕੱਕੇ ਨੂੰ ਸਿਹਾਰੀ ਨਹੀਂ, ਰਾਰੇ ਨੂੰ ਸਿਹਾਰੀ ਲਾਉਣੀ ਹੈ। ਕਿਰਪਾ ਅਤੇ ਕੱਕਾ ਇੱਥੇ ਜਿਹੜਾ ਹੈ ਅਧੂਰਾ ਹੈ, ਅੱਧਾ ਹੈ, ਇਹਦੇ ਵਿੱਚੋਂ ਵੀ ਸਵਰ ਨਹੀਂ ਹੈ। ਸੋ ਕਿਰਪਾ। ਹੂ, ਹੂ ਨਹੀਂ ਕਹਿਣਾ, ਹੂ ਤੇ।
एक रति बिन एक रत्ती के। पहला जो पाठ है पोला बोलना है रति, ते जो दूसरा पाठ है रत्ती वो कस के करना है। एक रति बिन एक रत्ती के। माते मतंग जरे जर संग, अनूप उतंग सुरंग सवारे। माते मतंग जरे जर संग, इत्थे विश्राम है। अनूप उतंग ऊड़े नूं औंकड़, फिर अगे सुरंग सस्से नूं औंकड़। अनूप उतंग सुरंग सवारे। कोट तुरंग कुरंग से कूदत, पौन के गौन को जात निवारे। कोट तुरंग ਕੱਕੇ ਤੱਤੇ ਨੂੰ ਔਂਕੜ, ਕੱਕੇ ਨੂੰ ਵੀ ਔਂਕੜ ਅਗਲੇ ਪਾਠ ਦੇ ਵਿੱਚ, ਇਸ ਲਈ ਕੋਟ ਤੁਰੰਗ ਕੁਰੰਗ ਸੇ ਕੂਦਤ, ਪੌਨ ਕੇ ਗੌਨ ਕਉ ਜਾਤ ਨਿਵਾਰੇ। ਧਿਆਨ ਦੇ ਨਾਲ ਇਹ ਪਾਠ ਕਰਨਾ ਹੈ। ਪੱਪਾ ਮੁਕਤਾ ਊੜੇ ਨੂੰ ਔਂਕੜ ਤੇ ਨੰਨਾ ਮੁਕਤਾ। ਪੌਣ, ਇਹਨੂੰ ਪੌਣ ਨਹੀਂ ਕਹਿਣਾ, ਜੇ ਪੌਣ ਕਹਾਂਗੇ ਤੇ ਪੱਪੇ ਨੂੰ ਕਨੌੜਾ ਲੱਗ ਜਾਏਗਾ। ਪੌਣ ਊੜਾ ਲਾ ਕੇ ਹੀ ਉਚਾਰਨ ਕਰਨਾ ਹੈ। ਪੌਨ ਕੇ ਗੌਨ ਕਉ ਜਾਤ ਨਿਵਾਰੇ। ਕਉ, ਕੌ ਨਹੀਂ ਕਹਿਣਾ, ਕਉ। ਜੇ ਕਉ ਕਹਾਂਗੇ ਤੇ ਕੱਕੇ ਨੂੰ ਕਨੌੜਾ ਲੱਗ ਜਾਏਗਾ, ਊੜਾ ਨਹੀਂ ਬੋਲਿਆ ਜਾਵੇਗਾ। ਇਸ ਲਈ ਇਸ ਤਰ੍ਹਾਂ ਦੇ ਜੋ ਪਾਠ ਹੁੰਦੇ ਨੇ ਉਹਨਾਂ ਨੂੰ ਬੜੇ ਹੀ ਧਿਆਨ ਦੇ ਨਾਲ ਕਰਨਾ ਚਾਹੀਦਾ ਹੈ। ਪੌਨ ਕੇ ਗੌਨ ਕਉ ਜਾਤ ਨਿਵਾਰੇ। ਭਾਰੀ ਭੁਜਾਨ ਕੇ ਭੂਪ ਭਲੀ ਬਿਦ, ਨਿਆਵਤ ਸੀਸ ਨਾ ਜਾਤ ਵਿਚਾਰੇ। ਏਤੇ ਭਏ ਤੋ ਕਹਾ ਭਏ ਭੂਪਤ, ਅੰਤ ਕਉ ਨਾਂਗੇ ਹੀ ਪਾਏ ਪਧਾਰੇ। ਇਸ ਪੰਕਤੀ ਵਿੱਚ ਪਾਠ ਕਉ ਆਇਆ ਕਨੌੜੇ ਦੇ ਨਾਲ। ਇੱਥੇ ਇਹਨੂੰ ਕਉ ਨਹੀਂ ਕਰਨਾ, ਜੇ ਕਉ ਕਹਾਂਗੇ ਤਾਂ ਇੱਥੇ ਊੜੇ ਨੂੰ ਔਂਕੜ ਲੱਗ ਜਾਏਗਾ। ਇਹ ਧਿਆਨ ਰੱਖਣਾ ਹੈ। ਉੱਪਰ ਪਾਠ ਊੜੇ ਔਂਕੜ ਨਾਲ ਸੀ, ਇੱਥੇ ਕਨੌੜੇ ਨਾਲ ਹੈ ਕਉ। ਇੱਥੇ ਭਏ ਤੋ, ਇੱਥੇ ਤੋ ਨੂੰ ਵੀ ਕਈ ਗੁਰਮੁਖ ਜਨ ਤੌ ਪੜ੍ਹ ਜਾਂਦੇ ਨੇ, ਕਿਉਂਕਿ ਕਈ ਵਾਰ ਪੜ੍ਹਨ ਦੇ ਵਿੱਚ ਆਪਾਂ ਧਿਆਨ ਨਹੀਂ ਰੱਖਦੇ। ਇਸ ਲਈ ਅੱਖਾਂ ਨੂੰ ਖੋਲ੍ਹ ਕੇ, ਕੰਨਾਂ ਨੂੰ ਵੀ ਖੋਲ੍ਹ ਕੇ ਜਦੋਂ ਬਾਣੀ ਪੜ੍ਹਨੀ ਹੈ ਅਤੇ ਇਹ ਧਿਆਨ ਰੱਖਣਾ ਹੈ ਕਿ ਜੋ ਅਸੀਂ ਬੋਲ ਰਹੇ ਹਾਂ ਅਸੀਂ ਉਹਨੂੰ ਸੁਣੀਏ ਵੀ ਕਿ ਕੀ ਬੋਲ ਰਹੇ ਹਾਂ। ਏਤੇ ਭਏ ਤੋ ਕਹਾ ਭਏ ਭੂਪਤ, ਅੰਤ ਕਉ ਨਾਂਗੇ ਹੀ ਪਾਏ ਪਧਾਰੇ। ਜੀਤ ਫਿਰੈ ਸਭ ਦੇਸ ਦਿਸਾਨ ਕੋ, ਬਾਜਤ ਢੋਲ ਮ੍ਰਿਦੰਗ ਨਗਾਰੇ। ਮ੍ਰਿਦੰਗ, ਮਿਰਦੰਗ ਨਹੀਂ ਕਹਿਣਾ, ਮਿਰਦੰਗ ਕਹਾਂਗੇ ਤਾਂ ਉਚਾਰਨ ਗਲਤ ਹੋਏਗਾ। ਫਿਰ ਧਿਆਨ ਰੱਖਣਾ ਇਹ ਗੱਲ ਕਿ ਜੋ ਸ਼ਬਦ ਪੈਰ ਵਿੱਚ ਹੁੰਦਾ ਹੈ, ਕਿਸੇ ਸ਼ਬਦ ਦੇ ਲੱਗਾ ਹੋਇਆ ਲਗ ਮਾਤਰ ਹਮੇਸ਼ਾ ਉਸੇ ਨੂੰ ਹੀ ਲੱਗੇਗੀ, ਲਗਾਖਰ ਵੀ ਉਸੇ ਨੂੰ ਹੀ ਲੱਗਦੇ ਹਨ। ਸੋ ਮ੍ਰਿਦੰਗ, ਮ੍ਰਿਦੰਗ ਰਾਰੇ ਨੂੰ ਸਿਆਰੀ ਲਾਉਣੀ ਹੈ। ਬਹੁਤ ਸਹਿਜਤਾ ਦੇ ਨਾਲ ਥੋੜ੍ਹਾ ਅਭਿਆਸ ਕਰਨਾ ਪਵੇਗਾ, ਫਿਰ ਇਹ ਸਹਿਜੇ ਸਹਿਜੇ ਸਹੀ ਉਚਾਰਨ ਹੋਣਾ ਸ਼ੁਰੂ ਹੋ ਜਾਏਗਾ। ਮ੍ਰਿਦੰਗ ਨਗਾਰੇ। ਢੋਲ ਕਹਿਣਾ ਹੈ, ਡੋਲ ਨਹੀਂ ਕਹਿਣਾ। ਢੋਲ, ਬਾਜਤ ਢੋਲ ਮ੍ਰਿਦੰਗ ਨਗਾਰੇ। ਗੁੰਜਤ ਗੂੜ ਗਜਾਨ ਕੇ ਸੁੰਦਰ। ਗੁੰਜਤ ਗੂੜ, ਰਾੜੇ ਨੂੰ ਥੋੜ੍ਹੀ ਜਿਹੀ ਹਾਹੇ ਦੀ ਟੋਨ ਦੇਣੀ ਹੈ। ਗੁੰਜਤ ਗੂੜ ਗਜਾਨ ਕੇ ਸੁੰਦਰ। ਹਿੰਸਤ ਹੀ ਹੈ ਰਾਜ ਹਜ਼ਾਰੇ। ਹੈ ਰਾਜ, ਹਾਹੇ ਨੂੰ ਦੁਲਾਵਾਂ ਯਈਏ ਦਾ ਉਚਾਰਨ ਕਰਨ ਵਾਸਤੇ, ਯਈਏ ਨੂੰ ਫਿਰ ਨਹੀਂ ਬੋਲਣਾ। ਹੈ ਰਾਜ ਇਸ ਤਰ੍ਹਾਂ ਨਹੀਂ। ਜੇਕਰ ਆਪਾਂ ਇਹ ਵਿਧੀ ਵਰਤਦੇ ਹਾਂ ਤਾਂ ਫਿਰ ਇਹ ਸ਼ਬਦ ਬਣੇਗਾ ਹਾਹੇ ਨੂੰ ਦੁਲਾਵਾਂ ਰਾਰੇ ਕੰਨਾਂ 'ਤੇ ਜੱਜਾ। ਸਿਰਫ 3 ਅੱਖਰ ਹੀ ਰਹਿ ਜਾਣਗੇ, ਹੈ ਰਾਜ। ਅਤੇ ਜੇਕਰ ਤੁਸੀਂ ਵੈਸੇ ਹੀ ਯਈਏ ਦਾ ਉਚਾਰਨ ਕਰ ਸਕਦੇ ਹੋ ਤਾਂ ਹੈ ਰਾਜ ਵੀ ਪੜ੍ਹ ਸਕਦੇ ਹੋ। ਗੁੰਜਤ ਗੂੜ ਗਜਾਨ ਕੇ ਸੁੰਦਰ, ਹਿੰਸਤ ਹੀ ਹੈ ਰਾਜ ਹਜ਼ਾਰੇ। ਭੂਤ ਭਵਿੱਖ ਭਵਾਨ ਕੇ ਭੂਪਤ, ਕੌਣ ਗਨੈ ਨਹੀਂ ਜਾਤ ਵਿਚਾਰੇ। ਸ੍ਰੀ ਪਤ ਸ੍ਰੀ ਭਗਵਾਨ ਭਜੇ ਬਿਨ, ਅੰਤ ਕਉ ਅੰਤ ਕੇ ਧਾਮ ਸਿਧਾਰੇ। ਇਸ ਪੰਕਤੀ ਵਿੱਚ ਅਖੀਰ ਵਿੱਚ ਸ੍ਰੀ ਪਤ ਸ੍ਰੀ ਭਗਵਾਨ ਇਹ ਉਚਾਰਨ ਬਹੁਤ ਧਿਆਨ ਦੇ ਨਾਲ ਕਰਨਾ ਹੈ। ਭਜੇ ਬਿਨ, ਅੰਤ ਕਉ ਅੰਤ ਕੇ ਧਾਮ ਸਿਧਾਰੇ।
ਤੀਰਥ ਨਾਨ ਦਇਆ ਦਮ ਦਾਨ, ਸੋ ਸੰਜਮ ਨੇਮ ਅਨੇਕ ਬਿਸਿਖੈ। ਇੱਥੇ ਕਿਉਂਕਿ ਨਹਾਉਣ ਦੀ ਗੱਲ ਕੀਤੀ ਗਈ ਹੈ ਗੁਰਬਾਣੀ ਵਿੱਚ ਵੀ, ਜਦੋਂ ਆਪਾਂ ਪੜ੍ਹਦੇ ਹਾਂ ਜਿੱਥੇ ਨੰਨੇ ਕੰਨਾ ਈੜੀ ਨੂੰ ਸਿਹਾਰੀ ਨਾਏ ਨਾਮ ਦੀ ਗੱਲ ਆਏਗੀ ਤਾਂ ਪੋਲਾ ਆਏਗਾ, ਜਿੱਥੇ ਨਹਾਉਣ ਦੀ ਗੱਲ ਆਏਗੀ ਉੱਥੇ ਨਹਾਏ ਭਾਰਾ ਪੜਾਂਗੇ। ਜਿਵੇਂ ਆਪਾਂ ਪੜ੍ਹਦੇ ਹਾਂ ਤੀਰਥ ਨਹਾਵਾ ਜੇ ਤਿਸ ਭਾਵਾ, ਇਸ ਤਰ੍ਹਾਂ ਦੇ ਬਹੁਤ ਪਾਠ। ਇਸੇ ਤਰ੍ਹਾਂ ਇੱਥੇ ਵੀ ਇਹ ਪਾਠ ਨਹਾਉਣ ਦੇ ਨਾਲ ਸੰਬੰਧਿਤ ਹੈ, ਇਸ ਲਈ ਭਾਰਾ ਪੜਾਂਗੇ। ਤੀਰਥ ਨਹਾਨ, ਹਾਹੇ ਦੀ ਟੋਨ ਦੇਵਾਂਗੇ। ਦਇਆ ਦਮ ਦਾਨ, ਸੋ ਸੰਜਮ ਨੇਮ ਅਨੇਕ ਬਿਸਿਖ ਹੈ। ਵੇਦ ਪੁਰਾਨ ਕਤੇਬ ਕੁਰਾਨ, ਜ਼ਮੀਨ ਜਮਾਨ ਸਬਾਨ ਕੇ ਪੇਖੈ। ਭੇਖੈ ਨਹੀਂ ਕਹਿਣਾ, ਪੇਖੈ ਪੱਪਾ ਲਾਉਣਾ ਹੈ। ਸਬਾਨ, ਸਬਾਨ ਨਹੀਂ ਕਹਿਣਾ, ਸਬਾਨ ਕਹਾਂਗੇ ਪੱਬਾ ਲੱਗ ਜਾਏਗਾ। ਜ਼ਮੀਨ ਜਮਾਨ ਸਬਾਨ ਕੇ ਪੇਖੈ, ਪੌਨ ਆਹਾਰ ਜਤੀ ਜਤ ਧਾਰ। ਸਭੈ ਸੋ ਵਿਚਾਰ ਹਜ਼ਾਰਕ ਦੇਖੈ। ਹਜ਼ਾਰਕ ਪਾਠ ਇਕੱਠਾ ਕਰਨਾ ਹੈ। ਸ੍ਰੀ ਭਗਵਾਨ ਭਜੇ ਬਿਨ ਭੂਪਤ, ਏਕ ਰਤੀ ਬਿਨ ਏਕ ਨਾ ਲੇਖੈ। ਸੁਧ ਸਿਪਾਹ ਦੁਰੰਤ ਦੁਬਾਹ, ਸੋ ਸਾਜ ਸਨਾਹ ਦੁਰਜਾਨ ਦਲੈਂਗੇ। ਹਾਹਾ ਜੋ ਅਖੀਰ ਵਿੱਚ ਮੁਕਤਾ ਆਇਆ ਹੈ, ਅਤੇ ਜਦੋਂ ਇਸ ਨੂੰ ਮੁਕਤਾ ਹੀ ਪੜ੍ਹਾਂਗੇ ਤਾਂ ਸ਼ਬਦ ਦੀ ਹੋਰ ਵੀ ਸੁੰਦਰਤਾ ਬਣਦੀ ਹੈ। ਸੁਧ ਸਿਪਾਹ ਦੁਰੰਤ ਦੁਬਾਹ, ਸੋ ਸਾਜ ਸਨਾਹ ਦੁਰਜਾਨ ਦਲੈਂਗੇ। ਜਦੋਂ ਅਸੀਂ ਹਾਹੇ ਦਾ ਉਚਾਰਨ ਨਹੀਂ ਸਿੱਖਦੇ, ਇਸ ਲਈ ਵੀ ਥੋੜ੍ਹਾ ਮਿਹਨਤ ਦੀ ਲੋੜ ਪੈਂਦੀ ਹੈ। ਫਿਰ ਹੌਲੀ ਹੌਲੀ ਇਹ ਜੋ ਪਾਠ ਹੈ, ਹਾਹੇ ਦਾ ਉਚਾਰਨ ਹੈ, ਇਹ ਸਹੀ ਹੋ ਜਾਂਦਾ ਹੈ। ਅਤੇ ਜੇ ਆਪਾਂ ਇਹ ਨਹੀਂ ਸਿੱਖਦੇ ਤਾਂ ਅਸੀਂ ਸੁਧ ਸਿਪਾਹ ਦੁਰੰਤ ਦੁਬਾਹ, ਸੋ ਸਾਜ ਸਨਾਹ, ਹਾਹੇ ਦੀ ਜਗ੍ਹਾ 'ਤੇ ਐੜਾ ਹੀ ਲਾ ਦਿੰਦੇ ਹਾਂ। ਤਾਂ ਇੱਕ ਤਾਂ ਗੁਰਬਾਣੀ ਦੀ ਅਸ਼ੁੱਧਤਾ ਅਤੇ ਦੂਸਰਾ ਗੁਰੂ ਸਾਹਿਬ ਦੀ ਖੁਸ਼ੀ ਨਹੀਂ ਪ੍ਰਾਪਤ ਹੋ ਸਕਦੀ। ਇਸ ਲਈ ਬਾਣੀ ਸ਼ੁੱਧ ਜ਼ਰੂਰੀ ਹੈ। ਸੁਧ ਸਿਪਾਹ ਦੁਰੰਤ ਦੁਬਾਹ, ਸੋ ਸਾਜ ਸਨਾਹ ਦੁਰਜਾਨ ਦਲੈਂਗੇ। ਭਾਰੀ ਗੁਮਾਨ ਭਰੇ ਮਨ ਮੈਂ, ਕਰ ਪਰਬਤ ਪੰਖ ਹਲੇ ਨਾ ਹਲੈਂਗੇ। ਤੋਰ ਅਰੀਨ ਮਰੋਰ ਮਵਾਸਨ, ਮਾਤੇ ਮਤੰਗਨ ਮਾਨ ਮਲੈਂਗੇ। ਮਲੈਂਗੇ ਇਸ ਸਵਈਏ ਦੇ ਵਿੱਚ ਇਹ ਪਾਠ ਆਏ ਨੇ, ਦੁਲਾਵਾਂ ਦੇ ਨਾਲ ਬਿੰਦੀ, ਅਤੇ ਫਿਰ ਅਗਲੇ ਅੱਖਰ ਨੂੰ ਵੀ ਲਾ ਲੱਗੀ ਹੋਈ ਹੈ। ਧਿਆਨ ਦੇ ਨਾਲ ਇਹ ਪਾਠ ਕਰਨਾ ਹੈ। ਮਾਤੇ ਮਤੰਗਨ ਮਾਨ ਮਲੈਂਗੇ। ਸ੍ਰੀ ਪਤ ਸ੍ਰੀ ਭਗਵਾਨ ਕਿਰਪਾ ਬਿਨ, ਤਿਆਗ ਜਹਾਨ ਨਿਦਾਨ ਚਲੈਂਗੇ। ਸ੍ਰੀ ਪਤ ਸ੍ਰੀ ਭਗਵਾਨ ਕਿਰਪਾ ਬਿਨ, ਤਿਆਗ ਜਹਾਨ ਨਿਦਾਨ ਚਲੈਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।